हाँ जी दोस्तों, नव पंजाब देख रहे सारे ਸਰੋਤਿਆਂ ਨੂੰ ਰਾਜਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। हाँ जी दोस्तों, ਅੱਜ ਅਸੀਂ ਰੂਬਰੂ ਹੋਏ ਹਾਂ ਵੱਡੀ ਹੀ ਮਾਨ ਸ਼ਖਸੀਅਤ ਦੀ ਜੇ ਨਾਲ, ਜੋ ਕਿ ਬੀਜੇਪੀ ਦੀ ਮੋਹਰੀ ਹੀ ਆਗੂ ਹੀ ਨਹੀਂ ਸਗੋਂ ਸਮਾਜ ਸੇਵੀ ਵੀ ਹਨ। ਆਓ ਦੋਸਤੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਕਿਵੇਂ ਕਰੋਨਾ ਦੇ ਕਾਲ ਵਿੱਚ ਲੋਕਾਂ ਦੀ ਮਦਦ ਕਰਦੇ ਹਨ। हाँ जी, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ, ਨੌ ਪੰਜਾਬ ਦੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ, ਨਮਸਕਾਰ। ਔਰ ਮੈਂ ਧੰਨਵਾਦ ਵੀ ਕਰਦਾ ਤੁਹਾਡਾ ਕਿ ਤੁਸੀਂ ਮੈਨੂੰ ਹਜ਼ਾਰਾਂ ਸਰੋਤਿਆਂ ਨਾਲ ਜੁੜਨ ਦਾ ਮੌਕਾ ਦਿੱਤਾ। ਰਾਜਵੀਰ ਜੀ, ਜਿੱਦਾਂ ਤੁਸੀਂ ਮੇਰੇ ਨਾਲ ਸਵਾਲ ਕੀਤਾ, ਪਿਛਲੇ ਸਾਲ 20 ਮਾਰਚ ਨੂੰ ਲੋਕਡਾਊਨ ਲੱਗਿਆ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅਪੀਲ ਕੀਤੀ ਸੀ ਲੋਕਾਂ ਨੂੰ ਕਿ ਆਪਾਂ ਇਸ ਬਿਮਾਰੀ ਤੋਂ ਲੜਨ ਲਈ ਲੋਕਡਾਊਨ ਦਾ ਉਹਨਾਂ ਨੇ ਐਲਾਨ ਕੀਤਾ ਸੀ। ਅਸੀਂ 21 ਤਰੀਕ ਨੂੰ ਦੇਖਿਆ ਕਿ ਬਹੁਤ ਲੋਕਾਂ ਕੋਲੇ ਘਰੇ ਰਾਸ਼ਨ ਨਹੀਂ ਸੀ, ਰੋਟੀ ਦਾ ਪ੍ਰਬੰਧ ਨਹੀਂ ਸੀ। ਤਾਂ ਸਾਡੇ ਮਨ 'ਚ ਇੱਕ ਗੱਲ ਆਈ, ਮੈਂ ਤੇ ਮੇਰੀ ਟੀਮ, ਮੇਰੇ ਜਿਹੜੇ ਦੋਸਤ ਨੇ, ਉਹਨਾਂ ਨੇ ਬੈਠ ਕੇ ਇੱਕ ਫੈਸਲਾ ਕੀਤਾ ਕਿ ਜਿੰਨੀ ਅਸੀਂ ਮਦਦ ਕਰ ਸਕਦੇ ਹਾਂ ਅਸੀਂ ਲੋਕਾਂ ਦੀ ਕਰੀਏ। ਔਰ ਅਸੀਂ ਕੋਸ਼ਿਸ਼ ਕੀਤੀ, ਬਹੁਤ ਲੋਕਾਂ ਨੂੰ ਅਸੀਂ ਭੋਜਨ ਵੀ ਦਿੱਤਾ, ਬਹੁਤ ਲੋਕਾਂ ਨੂੰ ਰਾਸ਼ਨ ਵੀ ਦਿੱਤਾ। ਫਿਰ ਜਦੋਂ ਇੱਕ ਮੌਕਾ ਆਇਆ, ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਸੀ ਉਹ ਘਰਾਂ ਨੂੰ ਭੱਜ ਰਹੇ ਸੀ, ਔਰ ਪ੍ਰਧਾਨ ਮੰਤਰੀ ਜੀ ਨੇ ਅਪੀਲ ਕੀਤੀ ਵੀ ਉਹ ਨਾ, ਅਸੀਂ ਉਹਨਾਂ ਨੂੰ ਵੀ ਰੋਕਿਆ, ਉਹਨਾਂ ਨੂੰ ਰਾਸ਼ਨ ਦਿੱਤਾ, ਕਿਸੇ ਨੂੰ ਮਹੀਨੇ ਦਾ, ਕਿਸੇ ਨੂੰ 2 ਮਹੀਨਿਆਂ ਦਾ, ਤਾਂ ਕਿ ਹਾਲਾਤ ਠੀਕ ਹੋ ਸਕਣ। ਔਰ ਇਹੀ ਕਾਰਨ ਸੀ ਬਠਿੰਡੇ 'ਚੋਂ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਜਾਂ ਹੋਰ, ਉਹਨਾਂ ਦੀ ਬਹੁਤ ਜ਼ਿਆਦਾ ਨਹੀਂ ਗਏ, ਬਹੁਤ ਘੱਟ ਲੋਕ ਇੱਥੋਂ ਉਹਨਾਂ ਨੇ ਆਪਦੇ ਸੂਬੇ ਨੂੰ ਗਏ। ਫਿਰ ਜੇ ਕਿਸੇ ਨੂੰ ਲੋੜ ਸੀ, ਮੈਡੀਸਨ ਵੀ ਅਸੀਂ ਪ੍ਰੋਵਾਈਡ ਕਰਾਈ, ਮਾਸਕ ਵੀ ਪ੍ਰੋਵਾਈਡ ਕਰਾਏ, ਸੈਨੇਟਾਈਜ਼ਰ ਵੀ ਪ੍ਰੋਵਾਈਡ ਕਰਾਏ। ਹੁਣ ਜਦੋਂ ਦੂਸਰੀ ਲਹਿਰ ਆਈ 2 ਮਹੀਨੇ ਪਹਿਲਾਂ, ਉਦੋਂ ਵੀ ਸਾਨੂੰ ਲੱਗਿਆ, ਅੱਜ ਤੋਂ ਲਗਭਗ 15-20 ਦਿਨ ਪਹਿਲਾਂ 25 ਅਪ੍ਰੈਲ ਨੂੰ ਅਸੀਂ, ਮੇਰੇ ਦੋਸਤ ਬੈਠੇ ਸੀ, ਸਾਥੀ ਬੈਠੇ ਸੀ, ਉਹਨਾਂ ਨੇ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ। ਸਾਨੂੰ ਲੱਗਿਆ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਬੜੀ ਬਠਿੰਡੇ 'ਚ, ਹੌਸਪੀਟਲਾਂ ਦਾ ਪਤਾ ਕਰਨ ਲਈ, ਮੈਡੀਸਨ ਲਈ। ਕਈ ਪਰਿਵਾਰਾਂ ਦੇ ਪਰਿਵਾਰ ਕੋਵਿਡ ਨਾਲ ਦੇ ਪੇਸ਼ੈਂਟ ਸੀ, ਉਹਨਾਂ ਨੂੰ ਰੋਟੀ ਦੀ ਦਿੱਕਤ ਆ ਰਹੀ ਸੀ, ਬਣਿਆ ਖਾਣਾ ਨਹੀਂ ਸੀ ਮਿਲ ਰਿਹਾ, ਉਹਦੀ ਵੀ, ਜਾਂ ਕਈਆਂ ਨੂੰ ਕੋਈ ਥੋੜ੍ਹੀ ਬਹੁਤ ਮੈਡੀਸਨ ਦੀ ਜ਼ਰੂਰਤ ਸੀ। ਅਸੀਂ ਉਹਦੇ 'ਚ ਫਿਰ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਲਗਾਤਾਰ 15 ਦਿਨ ਤੋਂ ਮੈਂ ਤੇ ਮੇਰੇ ਸਾਥੀ ਲੱਗੇ ਹੋਏ ਹਾਂ। ਸਾਡੇ ਕੋਲ ਜੋ ਵੀ ਕੋਈ ਚੀਜ਼ ਦੀ ਡਿਮਾਂਡ ਆਉਂਦੀ ਹੈ, ਅਸੀਂ ਇੱਕ ਗਰੁੱਪ ਬਣਾ ਰੱਖਿਆ, ਉਹਦੇ 'ਚ ਪਾਉਂਦੇ ਹਾਂ। ਜਿਹੜਾ ਵੀ ਸਾਥੀ ਉਹਦੀ ਸਹਿਯੋਗ, ਚਾਹੇ ਕਿਸੇ ਨੂੰ ਕੋਈ ਆਕਸੀਜਨ ਸਿਲੰਡਰ ਦੀ ਲੋੜ ਹੋਵੇ, ਕਿਸੇ ਨੂੰ ਕੋਈ ਮੈਡੀਸਨ, ਜਿਵੇਂ NGOs ਦਾ ਵੀ ਸਾਡੇ ਕੋਲ ਫੋਨ ਆਇਆ, ਉਹਨਾਂ ਨੂੰ ਵੀ ਲੋੜ ਹੈ ਕਿਉਂਕਿ ਬਹੁਤ ਅੱਛਾ ਕੰਮ ਕਰ ਰਹੀਆਂ NGOs। ਕਿਸੇ ਨੂੰ ਸੈਨੇਟਾਈਜ਼ਰ ਦੀ ਲੋੜ ਸੀ, ਮਾਸਕ ਦੀ ਲੋੜ ਸੀ, ਜਾਂ ਜਿਹੜੇ ਉਹਨਾਂ ਦੇ ਕਾਰਿਆਕਰਤਾ ਨੇ ਜਾਂ ਉਹ ਗਰੀਬ ਬਸਤੀਆਂ ਜਾਂਦੇ ਉੱਥੇ ਮੈਡੀਸਨ ਦੀ ਲੋੜ ਸੀ, ਉਹ ਅਸੀਂ ਪ੍ਰੋਵਾਈਡ ਕਰਾਈਆਂ। हाँ जी मोहित गुप्ता जी, ਅਸੀਂ ਪਿਛਲੀ ਦਿਨ ਹੀ ਦੇਖਿਆ ਸੀ ਕਿ ਤੁਸੀਂ ਇੱਕ ਹੈਲਪਲਾਈਨ ਨੰਬਰ ਚਾਲੂ ਕੀਤਾ, ਤਾਂ ਇਹਦਾ ਕੀ ਪਰਪਸ ਹੈ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਮੈਂ ਤੁਹਾਨੂੰ ਦੱਸਿਆ ਨਾ ਵੀ ਜਿਸ ਤਰੀਕੇ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਉਹ ਹੈਲਪਲਾਈਨ ਨੰਬਰ ਦੇ ਨਾਲ ਸਾਡੇ ਕੋਲ ਬਹੁਤ ਸਾਥੀ ਆ ਰਹੇ ਹੈ, ਬਹੁਤ ਜਿਨ੍ਹਾਂ ਨੂੰ ਪਰਿਵਾਰਕਾਂ ਨੂੰ ਲੋੜ ਹੈ, ਉਹ ਸਾਡੇ ਕੋਲ ਆ ਰਹੇ ਆ ਮਦਦ ਲਈ। ਔਰ ਮੈਨੂੰ ਇੱਕ ਹੋਰ ਬੜੀ ਦਿਲ ਨੂੰ ਸਕੂਨ ਮਿਲਦਾ ਹੈ ਕਿ ਸਾਡੇ ਕੋਲ ਮਦਦ ਲੈਣ ਵਾਲੇ ਵੀ ਆ ਰਹੇ, ਮਦਦ ਦੇਣ ਵਾਲੇ ਵੀ ਆ ਰਹੇ ਆ। ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਵੀ ਸਾਨੂੰ ਵੀ ਇਸ ਗਰੁੱਪ 'ਚ ਐਡ ਕਰੋ ਜੀ, ਅਸੀਂ ਵੀ ਲੋਕਾਂ ਨਾਲ ਦੀ ਸੇਵਾ ਕਰਨੀ ਚਾਹੁੰਦੇ ਹਾਂ, ਚਾਹੇ ਕਿਸੇ ਨੂੰ ਕੋਈ ਰੋਟੀ ਦੇ ਕੇ ਆਉਣੀ ਹੋਵੇ, ਚਾਹੇ ਕਿਸੇ ਨੂੰ ਮੈਡੀਸਨ ਲੱਗੇ ਆ ਲੋਕ। ਦੇਖਿਆ ਜਾਵੇ ਮੋਹਿਤ ਗੁਪਤਾ ਜੀ, ਤੁਸੀਂ ਬੜੀ ਹੈਲਪ ਕਰ ਰਹੇ ਹੋ ਲੋਕਾਂ ਦੀ, ਪਰ ਕੀ ਹੈ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਨੇ ਉਹ ਵਿਰੋਧ ਕਰ ਰਹੀਆਂ ਨੇ ਮੋਦੀ ਸਰਕਾਰ ਦਾ, ਕਹਿ ਰਹੇ ਨੇ ਕਿ ਜਿਹੜੇ ਮੋਦੀ ਸਰਕਾਰ ਹੈ ਉਹ ਹਸਪਤਾਲਾਂ ਦੇ ਵਿੱਚ ਵਧੀਆ ਜੋ ਫੈਸਿਲਿਟੀਜ਼ ਆ ਉਹ ਪ੍ਰੋਵਾਈਡ ਨਹੀਂ ਕਰ ਰਹੀ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਜੀ, ਪਹਿਲੀ ਗੱਲ ਤਾਂ ਜੋ ਮੋਦੀ ਸਰਕਾਰ ਦੀ ਤੁਸੀਂ ਸਵਾਲ ਕੀਤਾ, ਜਿਹੜਾ ਹੈਲਥ ਹੁੰਦਾ ਉਹ ਸਟੇਟ ਸਬਜੈਕਟ ਹੁੰਦਾ, ਸੂਬੇ ਦਾ ਕੰਮ ਹੁੰਦਾ। ਪਰ ਫਿਰ ਵੀ ਜਦੋਂ ਇੱਕ ਮਹਾਮਾਰੀ ਆਈ, ਵਿਸ਼ਵ ਦੀ ਮਹਾਮਾਰੀ ਹੈ, ਪੂਰੇ ਦੇਸ਼ 'ਚ ਫੈਲੀ ਹੈ, ਤਾਂ ਮੋਦੀ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਇਹਨੂੰ ਅਸੀਂ ਢਾਂਚੇ ਨੂੰ ਚੁਸਤ ਦਰੁਸਤ ਕਰਕੇ ਔਰ ਅੱਛੀ ਤੋਂ ਅੱਛੀ ਫੈਸਿਲਿਟੀ ਲੋਕਾਂ ਨੂੰ ਦੇ ਸਕੀਏ। ਉਹ ਇਕੱਲੀ ਮਹਾਮਾਰੀ ਆਉਣ 'ਤੇ ਹੀ ਨਹੀਂ, ਮਹਾਮਾਰੀ ਤੋਂ ਪਹਿਲਾਂ ਆਉਣ ਤੋਂ ਵੀ। ਤੁਹਾਨੂੰ ਜਾਣ ਕੇ ਇੱਕ ਹੈਰਾਨੀ ਹੋਊਗੀ ਕਿ ਦੇਸ਼ 'ਚ ਟੋਟਲ 22 ਏਮਸ ਬਣੇ ਨੇ, ਜਿਹਦੇ 'ਚੋਂ ਇੱਕ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਬਣਵਾਇਆ, 6 ਦੇਸ਼ ਦੇ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਨੇ ਬਣਾਏ, ਇੱਕ ਸਰਦਾਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਇਆ, ਔਰ 14 ਸ਼੍ਰੀਮਾਨ ਨਰਿੰਦਰ ਭਾਈ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਏ ਨੇ, ਔਰ ਚਾਲੂ ਵੀ ਹੋ ਗਏ ਨੇ। ਔਰ ਉਸ ਤੋਂ ਬਿਨਾਂ ਮੋਦੀ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਹਰ ਲੋਕ ਸਭਾ ਹਲਕੇ 'ਚ ਇੱਕ ਮੈਡੀਕਲ ਕਾਲਜ ਹੋਏਗਾ। ਉਹ 'ਚੋਂ ਬਹੁਤ ਮੈਡੀਕਲ ਕਾਲਜ ਬਣਨੇ ਸ਼ੁਰੂ ਹੋ ਗਏ, ਬਹੁਤ ਵਰਕਿੰਗ 'ਚ ਆ ਗਏ, ਕਿਉਂਕਿ ਉਹਨਾਂ ਨੇ 2014 'ਚ ਇਹ ਸਾਰੀਆਂ ਚੀਜ਼ਾਂ ਸ਼ੁਰੂ ਕਰ ਲਈਆਂ ਸੀ। ਪਰ ਅੱਜ ਕੀ ਹੈ, ਇੱਕੋ ਦਮ ਮਹਾਮਾਰੀ ਆਈ, ਪਰ ਫਿਰ ਵੀ ਸਰਕਾਰ ਇੱਕ ਦਿਨ ਵੀ ਸੁੱਤੀ ਨਹੀਂ। ਜੇ ਤੁਸੀਂ ਇੱਕ ਡਾਟਾ ਦੇਖੋ
ਤਾਂ ਹਿੰਦੁਸਤਾਨ 'ਚ ਕਿੰਨੇ ਵੈਂਟੀਲੇਟਰ ਹੁੰਦੇ ਸੀ ਉਦੋਂ ਪਹਿਲਾਂ। ਪਰ ਪਿਛਲੇ 1 ਸਾਲ 'ਚ ਸੈਂਟਰ ਦੀ ਸਰਕਾਰ ਨੇ PM ਕੇਅਰ ਫੰਡ 'ਚੋਂ 4500 ਦੇ ਕਰੀਬ ਵੈਂਟੀਲੇਟਰ ਸੂਬਾ ਸਰਕਾਰਾਂ ਨੂੰ ਦੇਣ ਦਾ ਕੰਮ ਕੀਤਾ। ਪਰ ਬੜੀ ਸ਼ਰਮ ਦੀ ਗੱਲ ਹੈ, ਜਿਵੇਂ ਸਾਡੇ ਸੂਬੇ 'ਚ ਵੀ ਆਏ, ਅੱਜ ਸਾਡੇ ਸੂਬੇ 'ਚ 200 ਵੈਂਟੀਲੇਟਰ ਉਦਘਾਟਨ ਦੀ ਇੰਤਜ਼ਾਰ ਕਰ ਰਹੇ ਹੈ। ਇਸ ਗੱਲ ਦੀ ਇੰਤਜ਼ਾਰ ਕਰ ਰਹੇ ਵੀ ਸਾਡੇ ਤੋਂ ਕੋਈ ਪਰਦਾ ਚੱਕੇ। ਉਹ ਪੰਜਾਬ ਸਰਕਾਰ ਦੇ ਜਿਹੜੇ ਹਸਪੀਟਲ ਨੇ ਜਾਂ ਉਹਨਾਂ ਦੇ ਗੋਦਾਮ ਹੈ ਉਹਨਾਂ 'ਚ ਸੜ ਰਹੇ ਹੈ, ਜਦੋਂ ਕਿ ਅੱਜ ਵੈਂਟੀਲੇਟਰਾਂ ਬਿਨਾਂ ਲੋਕ ਮਰ ਰਹੇ ਹੈ। ਹਾਂਜੀ, ਪਰ ਦੇਖਿਆ ਜਾਵੇ ਕਿ ਥੋੜੇ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਜੀ ਨੇ ਟਵੀਟ ਕੀਤਾ ਸੀ ਕਿ ਜਿਹੜੀ ਸਰਕਾਰ ਹੈ ਉਹ ਵੱਡੇ ਪੱਧਰ ਤੇ ਵੈਕਸੀਨੇਸ਼ਨ ਨਹੀਂ ਪ੍ਰੋਵਾਈਡ ਕਰ ਰਹੀ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਰਾਜਵੀਰ ਜੀ ਦੇਖੋ, ਜਿਹੜੀ ਵੈਕਸੀਨੇਸ਼ਨ ਦੀ ਗੱਲ ਹੈ, ਤੁਸੀਂ ਗਵਾਹੋ, ਲੋਕ ਵੀ ਗਵਾਏ। ਜਦੋਂ ਪਹਿਲੀ ਵਾਰ ਹੋਇਆ ਕਿ ਕਿਸੇ ਬਿਮਾਰੀ ਦੀ ਵੈਕਸੀਨੇਸ਼ਨ ਭਾਰਤ ਦੇ ਵਿਗਿਆਨਿਕਾਂ ਨੇ ਤਿਆਰ ਕੀਤੀ ਹੋਵੇ, ਮੈਂ ਧੰਨਵਾਦ ਕਰਦਾ ਭਾਰਤ ਦੀਆਂ ਕੰਪਨੀਆਂ ਦਾ, ਭਾਰਤ ਦੇ ਵਿਗਿਆਨਿਕਾਂ ਦਾ, ਸਾਡੀ ਸੈਂਟਰ ਦੀ ਸਰਕਾਰ ਦਾ। ਉਹਨਾਂ ਨੇ ਹੱਲਾਸ਼ੇਰੀ ਦਿੱਤੀ ਤਾਂ ਭਾਰਤ ਦੀਆਂ 2 ਕੰਪਨੀਆਂ ਨੇ ਵੈਕਸੀਨੇਸ਼ਨ ਬਣਾਤੀ, ਸੀਰਮ ਇੰਸਟੀਚਿਊਟ ਨੇ ਤੇ ਭਾਰਤ ਬਾਇਓਟੈਕ ਨੇ। ਜਦੋਂ ਸਾਰੇ ਉਹਦੇ ਟ੍ਰਾਇਲ ਹੋ ਗਏ, ਬਾਜ਼ਾਰ 'ਚ ਆ ਗਈ ਵੈਕਸੀਨੇਸ਼ਨ, ਤਾਂ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਵਿਰੋਧੀ ਧਿਰ ਹੈ, ਉਹਨਾਂ ਨੇ ਇੱਕ ਪ੍ਰਚਾਰ ਸ਼ੁਰੂ ਕਰਤਾ ਵੀ ਵੈਕਸੀਨੇਸ਼ਨ ਨਾ ਲਵਾਓ ਜੀ, ਇਹਦੇ ਆ ਸਾਈਡ ਇਫੈਕਟ ਨੇ। ਜਿਵੇਂ ਕੋਈ ਡਾਕਟਰ ਹੁੰਦੇ ਹੈ, ਕੋਈ ਉਹ ਸਾਇੰਟਿਸਟ ਹੁੰਦੇ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਵੈਕਸੀਨੇਸ਼ਨ ਕਰਾਈ ਹੈ, ਮੇਰੇ ਪਰਿਵਾਰ ਨੇ ਕਰਾਈ ਹੈ, ਮੇਰੇ ਜਾਣਨ ਵਾਲੇ ਲਗਭਗ 4-5 ਹਜ਼ਾਰ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੈ, ਕਿਸੇ ਨੂੰ ਕੋਈ ਦਿੱਕਤ ਨਹੀਂ ਆਈ। ਅੱਜ ਵੀ ਭਾਰਤ ਸਰਕਾਰ ਨੇ 34 ਕਰੋੜ 60 ਲੱਖ ਜਿਹੜੀਆਂ ਡੋਜ਼ਾਂ ਉਹ ਪਰਚੇਜ ਕੀਤੀਆਂ। ਵਰਲਡ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਡਰਾਈਵ ਭਾਰਤ ਚੱਲੀ ਹੈ। 103 ਦਿਨਾਂ 'ਚ 15 ਕਰੋੜ ਲੋਕਾਂ ਦੇ ਵੈਕਸੀਨੇਸ਼ਨ ਲੱਗ ਚੁੱਕੀ ਹੈ ਔਰ 17.5 ਕਰੋੜ ਦੇ ਲਗਭਗ ਜਿਹੜੀ ਵੈਕਸੀਨੇਸ਼ਨ ਹੈ ਉਹ ਔਨ ਦੀ ਵੇ ਹੈ, ਜਿਸ 'ਚੋਂ 2.5 ਕਰੋੜ ਹਜੇ ਕੋਈ ਸਟੋਰਾਂ 'ਚ, ਕਿਉਂਕਿ 2 ਦਿਨ ਪਹਿਲਾਂ ਦਾ ਡਾਟਾ ਹੈ। ਔਰ ਜਿਹੜੇ ਆਉਣ ਵਾਲੇ 3 ਮਹੀਨੇ ਹੈ, ਮਈ, ਜੂਨ ਤੇ ਜੁਲਾਈ, ਇਹਦੇ 'ਚ 34 ਕਰੋੜ 60 ਲੱਖ ਡੋਜ਼ਾਂ ਜਿਹੜੀਆਂ ਵੈਕਸੀਨ ਦੀਆਂ ਉਹ ਲੱਗ ਜਾਣੀਆਂ, ਜਿਹਦੇ 'ਚ 26 ਕਰੋੜ 60 ਲੱਖ ਹੈ 26 ਕਰੋੜ 60 ਲੱਖ ਜਿਹੜੀ ਵੈਕਸੀਨ ਹੈ ਉਹ ਸਿਰਮ ਇੰਸਟੀਚਿਊਟ ਦੇ ਰਿਹਾ ਔਰ 8 ਕਰੋੜ ਜਿਹੜੀ ਵੈਕਸੀਨੇਸ਼ਨ ਹੈ ਉਹ ਭਾਰਤ ਬਾਇਓਟੈਕ ਤੋਂ ਲੱਗ ਰਹੀ ਹੈ। ਪਰ ਜਿਹੜੀਆਂ ਸਾਡੀਆਂ ਓਪੋਜੀਸ਼ਨ ਪਾਰਟੀਆਂ, ਉਹਨਾਂ ਨੇ ਇਹੋ ਜਿਹਾ ਭਰਮ ਪੈਦਾ ਕੀਤਾ, ਲੋਕਾਂ ਨੂੰ ਅਵੇਅਰ ਨਹੀਂ ਕੀਤਾ, ਜਦੋਂ ਕਿ ਉਹਨਾਂ ਦਾ ਹੱਕ ਬਣਦਾ ਸੀ ਲੋਕਾਂ ਨੂੰ ਅਪੀਲ ਕਰਦੇ, ਲੋਕਾਂ ਨੂੰ ਪ੍ਰੇਰਿਤ ਕਰਦੇ। ਕਈ ਪੋਲੀਟੀਕਲ ਪਾਰਟੀਆਂ ਨੇ ਤੈਨੂੰ ਮੋਦੀ ਵੈਕਸੀਨ ਦਾ ਨਾਮ ਦਿੱਤਾ, ਬੜੀ ਸ਼ਰਮ ਆਉਂਦੀ ਹੈ। ਪਰ ਅੱਜ ਵੀ ਭਾਰਤ ਸਰਕਾਰ ਪੂਰੀ ਤਨਦੇਹੀ ਨਾਲ ਦਿਨ ਰਾਤ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਲੱਗੀ ਹੋਈ ਹੈ। ਮੈਂ ਫੇਰ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਵੈਕਸੀਨੇਸ਼ਨ ਵੱਧ ਤੋਂ ਵੱਧ ਕਰਾਈਏ, ਕਿਉਂਕਿ ਜਿਹੜੇ ਦੇਸ਼ਾਂ ਨੇ ਵੀ ਜਿੱਤ ਪਾਈ ਹੈ ਕਰੋਨਾ ਤੋਂ, ਉਹ ਜਿੰਨੀ ਜ਼ਿਆਦਾ ਵੈਕਸੀਨੇਸ਼ਨ ਹੋਈ ਹੈ, ਚਾਹੇ ਅਮਰੀਕਾ ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਇੰਗਲੈਂਡ ਹੋਵੇ, ਉਹ ਵੈਕਸੀਨੇਸ਼ਨ ਦੇ ਕਾਰਨ ਉਹਨਾਂ ਨੂੰ ਜਿੱਤ ਮਿਲੀ ਹੈ। ਹਾਂਜੀ, ਅਗਰ ਵੈਕਸੀਨੇਸ਼ਨ ਤੋਂ ਇਲਾਵਾ ਆਕਸੀਜਨ ਦੀ ਗੱਲ ਕੀਤੀ ਜਾਵੇ, ਆਕਸੀਜਨ ਸਿਲੰਡਰਾਂ ਦੀ ਗੱਲ ਕੀਤੀ ਜਾਵੇ, ਤਾਂ ਦੇਖਿਆ ਜਾ ਰਿਹਾ ਕਿ ਕਈ ਲੋਕ ਕਹਿ ਰਹੇ ਨੇ, ਪੋਲੀਟੀਕਲ ਪਾਰਟੀ ਕਹਿ ਰਹੀਆਂ ਨੇ ਕਿ ਆਕਸੀਜਨ ਦੀ ਬੜੀ ਕਮੀ ਆ ਰਹੀ ਹੈ ਹਸਪਤਾਲਾਂ ਦੇ ਵਿੱਚ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਰਾਜਵੀਰ ਜੀ, ਆਕਸੀਜਨ ਦੀ ਕਮੀ ਉਨੀ ਨਹੀਂ ਹੈ ਜਿੰਨਾ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ। ਪੈਨਿਕ ਸਾਡੀਆਂ ਪੋਲੀਟੀਕਲ ਪਾਰਟੀਆਂ ਮਰੀਜ਼ਾਂ ਨਾਲ ਵੀ ਖਿਲਵਾੜ ਕਰ ਰਹੀਆਂ, ਉਹ ਕੇਵਲ ਭਾਰਤ ਸਰਕਾਰ ਨੂੰ ਬਦਨਾਮ ਕਰਨ ਪਿੱਛੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀਆਂ। ਜਿਹੜੇ ਲੋਕ ਕਹਿ ਰਹੇ ਜੀ ਆਕਸੀਜਨ ਦੀ ਕਮੀ ਹੈ, ਰਾਹੁਲ ਗਾਂਧੀ ਕਹਿ ਰਿਹਾ, ਅਰਵਿੰਦ ਕੇਜਰੀਵਾਲ ਕਹਿ ਰਿਹਾ, ਅੱਜ ਆਕਸੀਜਨ ਦੀ ਬਲੈਕ 'ਚ ਫੜਿਆ ਕੌਣ ਜਾ ਰਿਹਾ? ਜਾਓ ਫੜੇ ਜਾ ਰਹੇ ਕਾਂਗਰਸ ਦੇ ਲੀਡਰ, ਜਾਓ ਫੜੇ ਜਾ ਰਹੇ ਹੈ ਆਮ ਆਦਮੀ ਪਾਰਟੀ ਦੇ ਲੀਡਰ। ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ, ਚਾਹੇ ਉਹ ਫਰੀਦਾਬਾਦ ਮਾਵੀ ਹੋਵੇ ਕਾਂਗਰਸ ਦਾ ਲੀਡਰ, ਚਾਹੇ ਉਹ ਦਿੱਲੀ ਦਾ MLA ਇਮਰਾਨ ਹੁਸੈਨ ਹੋਵੇ, ਜਿਹਦੇ ਤੋਂ ਲਗਭਗ ਉਹਨਾਂ ਤੋਂ 1000-1500 ਸਿਲੰਡਰ ਦਿੱਲੀ 'ਚ ਫੜੇ ਗਏ ਔਰ ਹਜੇ ਉਹਦੀ ਜਾਂਚ ਚੱਲ ਰਹੀ ਹੈ ਵੀ ਉਹਨਾਂ ਨੇ ਕਿੰਨੇ ਕੁ ਉਹਨਾਂ ਕੋਲ ਹੋਰ ਮਿਲਣਗੇ। ਇੱਕ ਪਾਸੇ ਭਾਰਤ ਸਰਕਾਰ 2,29,000 ਸਿਲੰਡਰ 1 ਮਹੀਨੇ 'ਚ, ਅਪ੍ਰੈਲ ਦੇ ਮਹੀਨੇ 'ਚ ਵਿਦੇਸ਼ਾਂ ਤੋਂ ਖਰੀਦ ਕੇ ਲਿਆਉਂਦੀ ਹੈ। ਸਾਰੀ ਜਿਹੜੀ ਉਦਯੋਗਿਕ ਇਕਾਈਆਂ ਉਹਦੇ 'ਚ ਆਕਸੀਜਨ ਦੀ ਸਪਲਾਈ ਬੰਦ ਕਰਦੀ ਹੈ, ਉੱਥੇ ਜਿਹੜੇ ਆਕਸੀਜਨ ਦੀ ਯੂਜ਼ ਆ ਉਹ 'ਤੇ ਪਾਬੰਦੀ ਲਾਉਂਦੀ ਹੈ। ਦੂਜੇ ਪਾਸੇ ਜਿਹੜੀਆਂ ਓਪੋਜੀਸ਼ਨ ਪਾਰਟੀਆਂ, ਉਹਦੇ ਲੀਡਰ ਇਹਨੂੰ ਬਲੈਕ ਕਰਨ 'ਚ ਲੱਗੇ ਹੋਏ ਆ। ਭਾਰਤ ਸਰਕਾਰ ਨੇ 7000 ਆਕਸੀਜਨ ਕੰਟੇਨਰ ਮੰਗਾਏ, ਉਹ 1000 ਕਿੱਥੋਂ ਫੜੇ ਗਏ ਦਿੱਲੀੋਂ? ਉਹ ਬੰਦਾ ਕੌਣ ਹੈ? ਉਹ ਰਾਹੁਲ ਗਾਂਧੀ, ਸੋਨੀਆ ਗਾਂਧੀ ਦਾ ਵੀ ਨੇੜਲਾ ਔਰ ਅਰਵਿੰਦ ਕੇਜਰੀਵਾਲ ਦਾ ਵੀ ਨੇੜਲਾ, ਨਵੀਨ ਕਾਲੜਾ, ਚਾਹੇ ਉਹ ਗਗਨ ਦੁੱਗਲ ਹੋਵੇ, ਚਾਹੇ ਉਹ ਸੰਜੀਵ ਖੰਨਾ ਹੋਵੇ। ਇਹ ਲੋਕ ਐਸੇ ਨੇ ਜਿਹੜੇ ਉਹ ਦੋਨਾਂ ਪਾਰਟੀਆਂ ਦੇ ਨੇੜੇ ਨੇ। ਮੈਨੂੰ ਇਹ ਲੱਗਦਾ ਹੈ ਕਿ ਆਕਸੀਜਨ ਦੀ ਉਨੀ ਕਮੀ ਨਹੀਂ, ਪਹਿਲਾਂ ਸੀ ਕਮੀ, ਪਰ
ਇਹ ਆਕਸੀਜਨ ਦੀ ਕਮੀ ਦਿਖਾਉਣ ਪਿੱਛੇ, ਬਲੈਕ ਕਰਨ ਪਿੱਛੇ ਜਾਂ ਭਾਰਤ ਸਰਕਾਰ ਦੀ ਬਦਨਾਮ ਕਰਨ ਪਿੱਛੇ ਕੁਝ ਪੋਲੀਟੀਕਲ ਲੀਡਰ, ਕੁਝ ਪੋਲੀਟੀਕਲ ਪਾਰਟੀਆਂ ਆਕਸੀਜਨ ਦੀ ਕਾਲਾਬਾਜ਼ਾਰੀ ਵੀ ਕਰ ਰਹੀਆਂ ਔਰ ਨਾਲ ਮਰੀਜ਼ਾਂ ਨਾਲ, ਸਾਡੇ ਕੋਵਿਡ ਦੇ ਪੇਸ਼ੈਂਟਸ ਦੀ ਜਾਨ ਨਾਲ ਖਿਲਵਾੜ ਕਰ ਰਹੀਆਂ। ਮੈਂ ਤੁਹਾਨੂੰ ਕੁਝ ਡਾਟੇ ਦੇਣਾ ਚਾਹੁੰਦਾ। ਅੱਜ ਤੋਂ ਪਹਿਲਾਂ ਜੇ ਤੁਸੀਂ ਮੈਡੀਕਲ ਆਕਸੀਜਨ ਪਲਾਂਟ ਲਗਾਉਣਾ, ਉਹਦੇ 'ਤੇ ਮਹੀਨੇ ਲੱਗ ਜਾਂਦੇ ਸੀ ਮਨਜ਼ੂਰੀਆਂ ਲੈਣ ਲਈ। ਸਤੰਬਰ 'ਚ ਭਾਰਤ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜੇ ਤੁਸੀਂ ਆਕਸੀਜਨ ਦਾ ਪਲਾਂਟ ਲਾਉਣਾ ਹੈ 24 ਘੰਟਿਆਂ ਤੁਹਾਨੂੰ ਪਰਮਿਸ਼ਨ ਮਿਲੇਗੀ। 5 ਜਨਵਰੀ ਨੂੰ ਸਾਡੇ ਦੇਸ਼ ਦੀ ਸਰਕਾਰ ਨੇ, ਮੋਦੀ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਫੈਸਲਾ ਕੀਤਾ 201 ਕਰੋੜ ਰੁਪਏ ਦੀ ਲਾਗਤ ਨਾਲ 162 ਆਕਸੀਜਨ ਪਲਾਂਟ ਹਸਪਤਾਲਾਂ 'ਚ, ਜਿਹੜੇ ਡਿਸਟ੍ਰਿਕਟ ਹਸਪਤਾਲ ਉਹਨਾਂ ਚਲਾਉਣ ਦਾ। ਪਰ ਬੜੇ ਸ਼ਰਮ ਦੀ ਗੱਲ ਹੈ, 1-2 ਸੂਬਿਆਂ ਨੂੰ ਛੱਡ ਦਿਓ, ਕਿਸੇ ਨੇ ਨਹੀਂ ਲਾਏ। ਪੰਜਾਬ ਨੂੰ 3 ਆਕਸੀਜਨ ਪਲਾਂਟ ਲਗਾਉਣ ਦੇ ਪੈਸੇ ਆਏ ਸੀ ਔਰ ਕੈਪਟਨ ਸਾਹਿਬ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਤਾਂ ਪੁੱਛਣਾ ਚਾਹੁੰਦਾ, ਦੱਸ ਦੇਣ ਵੀ ਉਹਨਾਂ ਨੇ ਇੱਟ ਵੀ ਲਾਈ ਹੋਵੇ ਜਾਂ ਕੋਈ ਉਹ ਪਲਾਂਟ ਲਾਉਣ ਲਈ ਕੋਈ ਤਹਈਆ ਕੀਤਾ ਹੋਵੇ, ਕੋਈ ਮਸ਼ੀਨਰੀ ਪਰਚੇਜ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਜਦੋਂ ਕਿ ਉਹਦਾ ਸਾਰੇ ਦਾ ਸਾਰਾ ਪੈਸਾ PM ਕੇਅਰ ਫੰਡ 'ਚੋਂ ਆਉਣਾ ਸੀ। ਫਿਰ ਅਪ੍ਰੈਲ 'ਚ ਦੂਜੀ ਲਹਿਰ ਆ ਗਈ, ਫਿਰ ਵੀ ਮੋਦੀ ਸਾਹਿਬ ਟਿਕ ਕੇ ਨਹੀਂ ਬੈਠੇ। 50,000 MT ਜਿਹੜੀ ਗੈਸ ਹੈ ਵਿਦੇਸ਼ਾਂ ਤੋਂ ਮੰਗਾਈ ਗਈ। ਅੱਜ ਚਾਹੇ ਸਾਡਾ ਰੇਲਵੇ ਹੋਵੇ, ਚਾਹੇ ਸਾਡੀ ਥਲ ਸੈਨਾ ਹੋਵੇ, ਚਾਹੇ ਸਾਡੀ ਜਲ ਸੈਨਾ ਹੋਵੇ, ਚਾਹੇ ਵਾਯੂ ਸੈਨਾ ਹੋਵੇ, ਤਿੰਨੇ ਲੱਗੀਆਂ ਹੋਈਆਂ ਆਕਸੀਜਨ ਦੀ ਪੂਰਤੀ ਕਰਨ 'ਚ। ਤੁਸੀਂ ਦੇਖਿਆ ਹੋਣਾ TV ਤੇ, ਰੇਲਵੇ ਦੇ ਰੈਕ ਗ੍ਰੀਨ ਕੋਰੀਡੋਰ ਬਣਾਇਆ ਵੀ ਜਦੋਂ ਆਕਸੀਜਨ ਦੀ ਗੱਡੀ ਲੰਘਦੀ ਹੈ ਉਹਨੂੰ ਕੋਈ ਰੋਕੂਗਾ ਨਹੀਂ, ਕਿਤੇ ਉਹ ਸਟਾਪੇਜ ਨਹੀਂ ਹੋਊਗਾ। ਜੇ ਡਬਲ ਇੰਜਨ ਲੱਗੇ ਹੈ, ਜੇ ਕਿਸੇ ਵੇਲੇ ਇਲੈਕਟ੍ਰਿਸਿਟੀ ਫੇਲੀਅਰ ਹੋ ਜੇ ਤਾਂ ਉਹ ਡੀਜ਼ਲ 'ਤੇ ਵੀ ਚੱਲੂਗਾ ਇੰਜਨ। ਜੇ ਤੁਸੀਂ ਗੱਡੀਆਂ ਦੇਖੋ ਜਿਹੜੇ ਰੋਡ 'ਤੇ ਆ ਰਹੇ ਆ, ਉਹਦੇ ਅੱਗੇ ਗੱਡੀ ਲਾ ਕੇ ਜਾ ਰਹੇ ਆ। ਸਰਕਾਰ ਦਾ ਜਿਹੜਾ ਕੰਮ ਹੈ, ਸਰਕਾਰ, ਸੈਂਟਰ ਦੀ ਗਵਰਨਮੈਂਟ ਬਹੁਤ ਬਖੂਬੀ ਉਹ ਆਪਦੇ ਰੋਲ ਨਿਭਾ ਰਹੀ ਹੈ। ਪਰ ਦਿੱਕਤ ਕਿੱਥੇ ਹੈ? ਜਿੱਥੇ ਸਾਡੀਆਂ ਓਪੋਜੀਸ਼ਨ ਪਾਰਟੀਆਂ ਨੂੰ ਸਹਿਯੋਗ ਕਰਨਾ ਚਾਹੀਦਾ, ਉਹ ਸਹਿਯੋਗ ਕਰਨ ਦੀ ਬਜਾਏ ਉਹਦੇ 'ਚ ਅੜੰਗਾ ਲਗਾ ਰਹੀ ਹੈ। ਫਿਰ ਗੱਲ ਆਈ ਆਕਸੀਜਨ ਪਲਾਂਟਾਂ ਦੀ, ਉਹਨਾਂ ਨੇ ਪਾਬੰਦੀ ਵੀ ਲਾਤੀ, ਇੰਡਸਟਰੀਅਲ ਯੂਜ਼ 'ਤੇ ਰੇਟ ਤੈਅ ਕਰਤੇ। ਸਤੰਬਰ 'ਚ, ਪਿਛਲੇ ਸਤੰਬਰ 2020 'ਚ ਹੀ ਰੇਟ ਤੈਅ ਕਰਤੇ ਸੀ ਵੀ ਇਸ ਦੀ ਕਾਲਾਬਾਜ਼ਾਰੀ ਨਹੀਂ ਹੋਊਗੀ, ਇਸ ਰੇਟ ਤੋਂ ਵੱਧ ਮੈਡੀਕਲ ਆਕਸੀਜਨ ਵੇਚੀ ਨਹੀਂ ਜਾ ਸਕਦੀ। ਫਿਰ ਫੈਸਲਾ ਕੀਤਾ ਅਪ੍ਰੈਲ 'ਚ ਕਿ 562 ਜਿਹੜੇ ਡਿਸਟ੍ਰਿਕਟ ਹਸਪੀਟਲ ਨੇ ਪੂਰੇ ਦੇਸ਼ 'ਚ, PM ਕੇਅਰ ਫੰਡ 'ਚ, ਉਹਦੇ 'ਚ ਆਕਸੀਜਨ ਪਲਾਂਟ ਲੱਗਣਗੇ। 1500 ਆਕਸੀਜਨ ਪਲਾਂਟ ਲਾਉਣ ਦੀ ਸਰਕਾਰ ਦੀ ਯੋਜਨਾ ਹੈ। ਔਰ ਮੈਨੂੰ ਲੱਗਦਾ ਹੈ ਜਿਸ ਹਿਸਾਬ ਨਾਲ ਸਰਕਾਰ ਲੱਗੀ ਹੈ, ਨੈਸ਼ਨਲ ਹਾਈਵੇ ਨੂੰ ਇਨਵੋਲਵ ਕੀਤਾ ਗਿਆ, DRDO ਨੂੰ ਇਨਵੋਲਵ ਕੀਤਾ ਗਿਆ, ਇਸ ਮਹੀਨੇ 'ਚ 500 ਦੇ ਕਰੀਬ ਆਕਸੀਜਨ ਪਲਾਂਟ ਪੂਰੇ ਦੇਸ਼ 'ਚ ਹਸਪੀਟਲਾਂ ਦੇ ਅੰਦਰ ਹੀ ਚੱਲ ਪੈਣਗੇ, ਜਿਹਦੇ 2 ਚਾਲੂ ਵੀ ਹੋ ਗਏ, ਦਿੱਲੀ ਰਾਮ ਮਨੋਹਰ ਲੋਹੀਆ ਔਰ ਏਮ 'ਚ। ਹੋਰ ਸਰਕਾਰ ਤਾਂ ਲੱਗੀ ਹੈ, ਪਰ ਮੈਂ ਓਪੋਜੀਸ਼ਨ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ, ਭਰਮ ਨਾ ਫੈਲਾਓ, ਲੋਕਾਂ ਨੂੰ ਜਾਗਰੂਕ ਕਰੋ, ਲੋਕਾਂ 'ਚ ਪੈਨਿਕ ਨਾ ਕ੍ਰੀਏਟ ਕਰੋ। ਹਾਂਜੀ ਮੋਹਿਤ ਗੁਪਤਾ ਜੀ ਦੀ ਜੇ ਦੇਖਿਆ ਜਾਵੇ, ਮਲਕਾਰਜੁਨ ਜੀ ਜੋ ਕਾਂਗਰਸ ਦੇ ਪ੍ਰਧਾਨ ਹਨ, ਉਹਨਾਂ ਨੇ ਵੀ ਕਈ ਦਿਨ ਪਹਿਲਾਂ ਸਰਕਾਰ ਨੂੰ ਚਿੱਠੀ ਲਿਖੀ ਕਿ ਜਿਹੜਾ ਸਰਕਾਰ ਹੈ ਕਰੋਨਾ ਦੇ ਮਰੀਜ਼ਾਂ ਨੂੰ ਉਹ ਮਦਦ ਨਹੀਂ ਕਰ ਰਹੀ ਜਿਹੜੀ ਉਹ ਕਰਨੀ ਚਾਹੁੰਦੀ ਹੈ। ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦੇ ਬਾਰੇ? ਦੇਖੋ ਜੀ, ਮਲਕਾਰਜੁਨ ਖੜਗੇ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੇ ਇੱਕ ਚਿੱਠੀ ਲਿਖੀ ਪ੍ਰਧਾਨ ਮੰਤਰੀ ਜੀ ਨੂੰ। ਮੈਨੂੰ ਚਿੱਠੀ ਪੜ੍ਹ ਕੇ ਵੀ ਹਾਸੀ ਆਈ। ਉਹਨਾਂ ਨੇ ਆਕਸੀਜਨ ਦੀ ਗੱਲ ਕੀਤੀ ਜਿਹਦੀ ਮੈਂ ਚਰਚਾ ਕਰ ਚੁੱਕਿਆ, ਹਸਪੀਟਲਾਂ ਦੀ ਗੱਲ ਕੀਤੀ, ਮੈਂ ਚਰਚਾ ਉਹਦਾ ਕਰ ਚੁੱਕਿਆ। ਇੱਕ ਉਹਨਾਂ ਨੇ ਚਰਚਾ ਕੀਤੀ ਵੀ ਤੁਸੀਂ ਪ੍ਰੋਪਰ ਮੈਡੀਸਨ ਦੀ, ਤੇ ਉਹਦੀ ਖੜਗੇ ਜੀ ਜਿਹੜੇ ਵੈਂਟੀਲੇਟਰ ਸਰਕਾਰ ਨੇ ਦਿੱਤੇ ਸੀ, ਉਹ ਵੈਂਟੀਲੇਟਰ ਤੁਹਾਡੀ ਪੰਜਾਬ 'ਚ ਤੁਹਾਡੀ ਅਗਵਾਈ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਉਹ ਵੈਂਟੀਲੇਟਰ ਕਿਉਂ ਹਜੇ ਤੱਕ ਵੀ ਕਿਸੇ ਉਮੀਦ 'ਚ ਬੈਠੇ ਨੇ ਵੀ ਸਾਨੂੰ ਕੋਈ ਆ ਕੇ ਇਹਨੂੰ ਹਸਪਤਾਲਾਂ 'ਚ ਜਾਂ ਮਰੀਜ਼ਾਂ ਦੀ ਸਿਹਤ ਜਾਬਤਾ ਲਈ ਲਗਾਊਗਾ। ਫਿਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਜਿਹੜੀ ਉਹਨਾਂ ਨੇ ਦੂਸਰੀ ਗੱਲ ਲਿਖੀ ਚਿੱਠੀ 'ਚ, ਉਹਨਾਂ ਨੇ ਚਿੱਠੀ 'ਚ ਗੱਲ ਲਿਖੀ ਵੀ ਗਰੀਬਾਂ ਦੀ ਮਦਦ ਨਹੀਂ ਹੋ ਰਹੀ। ਜਦੋਂ ਪਿਛਲੀ ਵਾਰ ਲੋਕਡਾਊਨ ਲੱਗਿਆ ਸੀ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ 80 ਕਰੋੜ ਗਰੀਬ ਨੇ ਦੇਸ਼ ਦੇ, ਉਹਨਾਂ ਨੂੰ ਹਰ ਮਹੀਨੇ 25 ਪਰਿਵਾਰ ਨਹੀਂ, ਹਰ ਵਿਅਕਤੀ ਨੂੰ 1 ਮਹੀਨੇ ਦਾ 25 ਕਿਲੋ ਆਟਾ ਜਾਂ ਚਾਵਲ, 1 ਕਿਲੋ ਦਾਲ ਮਿਲੇਗੀ। 8 ਮਹੀਨੇ ਮਿਲੀ ਉਹ। ਔਰ ਹੁਣ ਜਦੋਂ ਦੁਬਾਰਾ ਲਹਿਰ ਆਈ ਹੈ, ਫਿਰ ਉਹਨਾਂ ਨੇ 2 ਮਹੀਨਿਆਂ ਲਈ ਕਿਹਾ 5 ਕਿਲੋ ਹਰ ਵਿਅਕਤੀ ਨੂੰ ਅਨਾਜ ਮਿਲੂਗਾ। ਫਿਰ ਫ੍ਰੀ ਸਿਲੰਡਰ ਮਿਲੇ ਉਜਵਲਾ ਯੋਜਨਾ 'ਚ। ਜੇ ਆਪਾਂ ਗੱਲ ਕਰੀਏ ਜਿਹੜੀਆਂ ਸਾਡੀਆਂ ਜਨਧਨ ਖਾਤੇ 'ਚ ਯੋਜਨਾ 'ਚ ਭੈਣਾਂ ਸੀ, ਉਹਨਾਂ ਦੇ ਖਾਤੇ 'ਚ 500 ਰੁਪਈਆ ਆਇਆ। ਜਿੰਨੇ ਸਾਡੇ PF ਇੰਪਲਾਈ ਸੀ ਪ੍ਰਾਈਵੇਟ, ਉਹਨਾਂ ਨੂੰ ਕਿਹਾ ਵੀ PF ਤੁਸੀਂ ਦਿੱਤਾ। 20 ਲੱਖ ਕਰੋੜ ਰੁਪਏ ਦਾ ਉਹਨਾਂ ਨੇ ਇੱਕ ਪੈਕੇਜ ਜਾਰੀ ਕੀਤਾ,
ਜਿਹਦੇ 'ਚ ਇੰਡਸਟਰੀਆਂ ਨੂੰ ਚਾਹੇ ਉਹਨਾਂ ਦੇ ਲੋਨ ਦੀਆਂ ਕਿਸ਼ਤਾਂ ਲੇਟ ਕਰਨ ਦਾ ਕੰਮ ਹੋਵੇ। ਦੇਸ਼ ਦੇ ਸਰਕਾਰ ਨੇ ਜੋ ਕਰ ਸਕਦੀ ਸੀ ਉਹ ਕਰ ਰਹੀ ਹੈ, ਪਰ ਜੋ ਆਪੋਜੀਸ਼ਨ ਦਾ ਰੋਲ ਹੈ ਉਹ ਕੇਵਲ ਤੇ ਕੇਵਲ ਅੜੰਗਾ ਲਗਾਉਣ 'ਚ ਕਰ ਰਹੀ ਹੈ, ਨਾ ਕਿ ਉਹ ਸਰਕਾਰ ਨੂੰ ਕੋਈ ਸੁਝਾਅ ਦੇ ਰਹੀ ਹੈ ਜਾਂ ਸਹਿਯੋਗ ਕਰ ਰਹੀ ਹੈ। ਹਾਂਜੀ ਮੋਹਿਤ ਗੁਪਤਾ ਜੀ, ਜੇ ਦੇਖਿਆ ਜਾਵੇ ਕਿ ਸਰਕਾਰ ਹਰ ਹਾਲਤ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਮਦਦ ਕਰ ਰਹੀ ਹੈ, ਪਰ ਪੋਲੀਟੀਕਲ ਪਾਰਟੀਆਂ ਨੇ ਜੋ ਓਪੋਜੀਸ਼ਨ ਪਾਰਟੀਆਂ ਨੇ ਉਹ ਵਿਰੋਧ ਕਰ ਰਹੀ ਹੈ ਸਰਕਾਰ ਦਾ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਵਿੱਚ? ਦੇਖੋ ਰਾਜਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਵਿਰੋਧ ਜਿਹੜਾ ਹੋਣਾ ਚਾਹੀਦਾ ਹੈ, ਜਿਹੜੀ ਰਾਜਨੀਤੀ ਹੈ, ਇਹ ਜਦੋਂ ਮਹਾਮਾਰੀ ਆਉਂਦੀ ਹੈ, ਕੋਈ ਦੇਸ਼ 'ਤੇ ਸੰਕਟ ਆਉਂਦਾ ਹੈ, ਉਦੋਂ ਸਾਰਿਆਂ ਨੂੰ ਰਲ ਕੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਤੁਹਾਡੇ ਯਾਦ ਹੋਵੇ, ਯਾਦ ਨਹੀਂ, ਤੁਸੀਂ ਪੜ੍ਹਿਆ ਹੋਣਾ, ਤੁਹਾਡੀ ਉਮਰ ਛੋਟੀ ਹੈ, ਮੇਰੇ ਵੀ ਜਨਮ ਤੋਂ ਪਹਿਲਾਂ ਦੀ ਗੱਲ ਹੈ। 1971 'ਚ ਪਾਕਿਸਤਾਨ ਨਾਲ ਜੰਗ ਲੱਗੀ। ਕਾਂਗਰਸ ਪਾਰਟੀ ਦੇ ਲੀਡਰ ਸਵਰਗੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਓਪੋਜੀਸ਼ਨ 'ਚ ਉਸ ਵੇਲੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਸੀ। ਉਹਨਾਂ ਨੇ ਕੋਈ ਅੜੰਗਾ ਨਹੀਂ ਲਗਾਇਆ, ਉਹਨਾਂ ਨੇ ਸਪੋਰਟ ਕੀਤੀ। ਲੋਕ ਸਭਾ 'ਚ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਅੱਛਾ, ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਔਰ ਜਿਹੜੀਆਂ ਸਾਡੀ ਪਾਰਟੀ ਦੇ ਵਰਕਰ ਨੇ ਜਾਂ ਰਾਸ਼ਟਰੀ ਸਵੈਮ ਸੇਵਕ ਦੇ ਵਰਕਰ ਨੇ, ਉਹਨਾਂ ਨੇ ਡਿਊਟੀਆਂ ਸਾਂਭੀਆਂ ਲੋਕਾਂ ਦੀ ਮਦਦ ਕਰਨ ਲਈ, ਉਦੋਂ ਫੌਜ ਦੀ ਮਦਦ ਕਰਨ ਲਈ, ਫੌਜ ਨੂੰ ਰੋਟੀ ਪਹੁੰਚਾਉਣ ਲਈ, ਕੋਈ ਪੰਗਾ ਨਹੀਂ ਖੜਾ ਕੀਤਾ। ਤਾਂ ਮੇਰੇ ਯਾਦ ਹੈ ਅਟਲ ਜੀ ਨੇ ਕਿਹਾ ਸੀ कि ये भूमि ये देश हमारे लिए कोई भूमि का टुकड़ा नहीं है, ये हमारे लिए जीता जागता एक पुरख है, और ये हमारे लिए बंधन की भूमि है, ये हमारे लिए अभिनंदन की भूमि है, ये हमारे लिए अर्पण की धरती है, हमारे लिए तर्पण की धरती है, हमारे लिए यहाँ की हर नदी गंगा है और हर कंक शंकर है। हम जिएंगे भी इस देश के लिए और मरेंगे भी इस देश के लिए, और जब भी मरने के बाद भी जब हमारी अस्थियां गंगा में जाएंगी, जब वहाँ भी कोई कान लगा के सुनेगा, उसमें से भी एक ही आवाज़ आएगी, भारत माता की जय। ਅਸੀਂ ਉਸ ਵਿਚਾਰ ਦੇ ਵਿਅਕਤੀ ਹਾਂ। ਅਸੀਂ ਜਦੋਂ ਵੀ ਦੇਸ਼ ਤੇ ਸਮਾਜ ਤੇ ਕੋਈ ਸੰਕਟ ਆਉਂਦਾ ਹੈ, ਅਸੀਂ ਇਕੱਠੇ ਹੋ ਕੇ ਉਹਦਾ ਮਦਦ ਕਰਦੇ ਹਾਂ, ਚਾਹੇ ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਕਿਸੇ ਦੀ ਵੀ ਸਰਕਾਰ ਹੋਵੇ। ਪਰ ਅੱਜ ਸ਼ਰਮ ਦੀ ਗੱਲ ਹੈ, ਕੇਵਲ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਆ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕੀਤੀਆਂ ਜਾ ਰਹੀਆਂ। ਉਹ ਕੇਵਲ ਕੇਂਦਰ ਸਰਕਾਰ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ, ਉਹ ਨਾਲ ਮਰੀਜ਼ਾਂ ਦੇ ਨਾਲ, ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹੈ। ਇੱਕ ਭਰਮ ਦੀ ਸਥਿਤੀ ਦੇਸ਼ 'ਚ ਪੈਦਾ ਕਰ ਰਹੇ ਹੈ। ਕਿੱਥੇ ਤਾਂ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਕਿੱਡਾ ਵੱਡਾ ਪਰਸੋਂ ਸਾਡੇ ਲਈ ਫਖਰ ਦਾ ਦਿਨ ਹੈ ਕਿ ਸਾਡੇ ਦੇਸ਼ ਦੇ ਸਾਇੰਟਿਸਟਾਂ ਨੇ ਜਿਹੜੀ ਕੋਵਿਡ ਦੀ ਬਿਮਾਰੀ, ਜਾਨਲੇਵਾ ਬਿਮਾਰੀ, ਕੋਈ ਦੇਸ਼ ਦਵਾਈ ਨਹੀਂ ਬਣਾ ਸਕਿਆ, ਸਾਡੇ ਸਾਇੰਟਿਸਟਾਂ ਨੇ, DRDO ਨੇ ਦਵਾਈ ਬਣਾਤੀ 2DG। ਔਰ ਮੈਨੂੰ ਲੱਗਦਾ ਹੈ, ਜੋ ਕੱਲ੍ਹ ਮੈਂ ਨਿਊਜ਼ ਪੜ੍ਹ ਰਿਹਾ ਸੀ, ਅੱਜ ਸਵੇਰੇ ਵੀ ਟਵੀਟ ਆਇਆ DRDO ਦਾ, ਸ਼ਾਇਦ 2 ਜਾਂ 3 ਦਿਨ 'ਚੋਂ ਜਿਹੜੀ ਦਵਾਈ ਹੈ ਉਹ ਬਾਜ਼ਾਰ 'ਚ ਆ ਜਾਏਗੀ ਔਰ ਲੋਕਾਂ ਦੀ ਜਾਨ ਬਚੂਗੀ। ਉਹਦੇ ਲਈ ਧੰਨਵਾਦ ਨਹੀਂ ਸਾਇੰਟਿਸਟਾਂ ਦਾ ਕਰ ਰਹੇ ਜਾਂ ਸਰਕਾਰ ਦਾ ਕਰ ਰਹੇ, ਵੀ ਸਰਕਾਰ ਨੇ ਜ਼ੋਰ ਲਾਇਆ, ਕੇਵਲ ਅੜੰਗਾ ਉਡਾਉਣ ਦਾ ਕੰਮ ਕਰ ਰਹੇ ਹੈ। ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਫਿਰ ਉਹਨਾਂ ਨੂੰ ਬੇਨਤੀ ਕਰਦਾ, ਰਾਜਨੀਤੀ ਦਾ ਸਮਾਂ ਨਹੀਂ, ਇਹ ਸਮਾਂ ਆਪਾਂ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰੀਏ। ਹਾਂਜੀ, ਚੱਲਦੇ ਆ ਜੇ ਦੇਖਿਆ ਜਾਵੇ ਕਿ ਕਰੋਨਾ ਦੇ ਚੱਲਦੇ ਜਿਹੜੇ 4 ਡਾਕਟਰ ਨੇ ਹਸਪਤਾਲਾਂ ਦੇ ਵਿੱਚ, ਉਹ ਆਪਣਾ ਰਿਜ਼ਾਈਨ ਦੇ ਗਏ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਿਉਂ ਦੇ ਕੇ ਗਏ ਰਿਜ਼ਾਈਨ? ਰਾਜਵੀਰ ਜੀ, ਬਹੁਤ ਮੰਦਭਾਗੀ ਘਟਨਾ ਹੈ, ਸਰਕਾਰ ਦਾ ਫੇਲੀਅਰ ਹੈ। ਜਦੋਂ ਜੰਗ ਲੱਗੀ ਹੋਵੇ ਉਦੋਂ ਫੌਜੀ ਭੱਜ ਨਹੀਂ ਸਕਦਾ। ਇਹ ਜੰਗ ਹੈ, ਇਹ ਸਾਡੀ ਮਹਾਮਾਰੀ ਦੇ ਖਿਲਾਫ ਜੰਗ ਹੈ, ਕੋਵਿਡ ਦੇ ਖਿਲਾਫ ਜੰਗ ਹੈ। ਉਹਨਾਂ ਨੇ ਜਦੋਂ ਡਾਕਟਰਾਂ ਨਾਲ ਗੱਲ ਪੱਤਰਕਾਰਾਂ ਨੇ ਕੀਤੀ, ਮੈਂ ਪੱਤਰਕਾਰਾਂ ਦੇ ਮਾਧਿਅਮ ਨਾਲ ਹੀ ਉਹਨਾਂ ਨੂੰ ਸੁਣਿਆ, ਉਹਨਾਂ ਨੇ ਕਿਹਾ ਸਾਡੇ 'ਤੇ ਵਰਕਲੋਡ ਹੈ, ਸੁਭਾਵਿਕ ਹੈ ਵਰਕਲੋਡ ਹੋਣਾ। ਪਰ ਇੱਕ ਹੋਰ ਸ਼ਰਮ ਦੀ ਗੱਲ ਹੈ ਜਿਹੜੀ ਮੈਂ ਤੁਹਾਡੇ ਮਾਧਿਅਮ ਰਾਹੀਂ, ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ। ਪੰਜਾਬ ਸੂਬੇ 'ਚ ਪਿਛਲੇ ਕਈ ਸਾਲਾਂ ਤੋਂ ਰੂਰਲ ਡਿਸਪੈਂਸਰੀਆਂ ਚੱਲਦੀਆਂ ਸੀ 1183, ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 2 ਮਹੀਨੇ ਪਹਿਲਾਂ ਉਹ ਬੰਦ ਕਰਤੀਆਂ। ਜੇ ਅੱਜ ਉਹ 1183 ਡਿਸਪੈਂਸਰੀਆਂ ਚੱਲਦੀਆਂ ਹੁੰਦੀਆਂ, ਸਾਡੇ ਕੋਲ ਉਹ 1183 ਡਾਕਟਰ ਵੀ ਹੋਣੇ ਸੀ। ਇਹ ਡਾਕਟਰ ਉਹਨਾਂ ਨੇ, ਕਿਉਂਕਿ ਉਹ ਜਿਹੜੀਆਂ ਡਿਸਪੈਂਸਰੀਆਂ ਚੱਲਦੀਆਂ ਸੀ ਉਹ ਟੈਂਪਰੇਰੀ ਜੋਬ 'ਤੇ ਸੀ ਡਾਕਟਰ ਤੇ ਉਹਨਾਂ ਦਾ ਸਟਾਫ ਸੀ, ਉਹਨਾਂ ਨੂੰ ਇਹਨਾਂ ਨੇ ਕੱਢਤਾ। ਪ੍ਰੈਸ਼ਰ ਆ ਗਿਆ, ਕਿਉਂਕਿ ਉਹ ਲਗਭਗ ਮਹੀਨੇ 'ਚ ਜਿਹੜੀਆਂ 1183 ਡਿਸਪੈਂਸਰੀਆਂ ਸੀ, ਉਹ ਲਗਭਗ ਇੱਕ ਮਹੀਨੇ 'ਚ 30 ਤੋਂ 35 ਲੱਖ ਜਿਹੜੇ ਮਰੀਜ਼ ਸੀ
ਉਹਨਾਂ ਦਾ ਚੈੱਕਅਪ, ਉਹਨਾਂ ਦੀ ਮਦਦ ਕਰਨ ਦਾ ਕੰਮ ਕਰਦੀਆਂ ਸੀ। ਤੁਸੀਂ ਮੈਨੂੰ ਸਵਾਲ ਕੀਤਾ ਵੀ ਓਪੋਜੀਸ਼ਨ ਪਾਰਟੀ ਕਹਿੰਦੇ, ਮੈਂ ਤੁਹਾਡੇ ਮਾਧਿਅਮ ਰਾਹੀਂ ਸਵਾਲ ਕਰਨਾ ਚਾਹੁੰਦਾ ਕਿ ਜਿਹੜੀ ਗੰਭੀਰ ਕੌਣ ਨਹੀਂ, ਮੈਨੂੰ ਲੱਗਦਾ ਵੀ ਇਸ ਮਾਮਲੇ 'ਚ, ਕਿਉਂਕਿ ਮੈਂ ਪੰਜਾਬ ਦਾ ਰਹਿਣ ਵਾਲਾ, ਮੈਨੂੰ ਦੂਜੇ ਸੂਬਿਆਂ, ਪੰਜਾਬ 'ਚ ਜੇ ਦੇਖਿਆ ਜਾਵੇ ਤਾਂ ਕੈਪਟਨ ਸਰਕਾਰ ਸਾਡੀਆਂ ਸਿਹਤ ਸੇਵਾਵਾਂ ਲਈ ਕੋਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ। ਦਿੱਲੀ ਦਾ ਆਪਾਂ ਹਾਲ ਦੇਖ ਹੀ ਲਿਆ, ਇਸੇ ਤਰੀਕੇ ਦਿੱਲੀ ਦਾ, ਇੱਥੇ ਆਮ ਆਦਮੀ ਪਾਰਟੀ ਵਾਲੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਪਰ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਉਹ ਗੱਲ ਕਰਦੇ, ਕਿੱਥੇ ਗਏ ਮੁਹੱਲਾ ਕਲੀਨਿਕ? ਕਿੱਥੇ ਹੈ ਮੁਹੱਲਾ ਕਲੀਨਿਕ? ਕਿੱਥੇ ਉਹਨਾਂ ਦਾ ਸਟਾਫ? ਜਿਹੜੀ ਚੀਜ਼ ਸੱਚਾਈ ਹੈ, ਸੱਚਾਈ ਕਦੇ ਛੁਪਦੀ ਨਹੀਂ। ਸੱਚਾਈ ਨੂੰ ਦਿਖਾਉਣ ਪਿੱਛੇ ਕੋਈ ਚੀਜ਼ ਕਰਨ ਦੀ ਲੋੜ ਨਹੀਂ, ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ। ਕੁਛ ਨਹੀਂ ਕੀਤਾ ਗਿਆ, ਸਗੋਂ ਦੀ ਨੈਗੇਟਿਵ ਰੋਲ ਅਦਾ ਕੀਤਾ ਗਿਆ ਇਸ ਬਿਮਾਰੀ ਨੂੰ, ਜਿੱਥੇ ਨਜਿੱਠਣ ਲਈ ਪੋਜ਼ਿਟਿਵ ਸਹਿਯੋਗ ਦੀ ਲੋੜ ਸੀ, ਨੈਗੇਟਿਵ ਜਿਹੜਾ ਸਹਿਯੋਗ ਹੈ ਜਾਂ ਨੈਗੇਟਿਵ ਰੋਲ ਇਹਨਾਂ ਓਪੋਜੀਸ਼ਨ ਪਾਰਟੀਆਂ ਵੱਲੋਂ ਕੀਤਾ ਗਿਆ। ਹਾਂਜੀ ਮੋਹਿਤ ਗੁਪਤਾ ਜੀ, ਅਗਰ ਦੇਖਿਆ ਜਾਵੇ ਕਿ ਤੁਸੀਂ ਹਰ ਹਾਲਤ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਮਦਦ ਕੀਤੀ, ਤਾਂ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ, ਜਿਹੜੇ ਸਾਨੂੰ ਹਜ਼ਾਰਾਂ ਲੋਕ ਦੇਖ ਰਹੇ ਹਨ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜੀ ਤੁਹਾਡੇ ਮਾਧਿਅਮ ਰਾਹੀਂ ਇੱਕੋ ਹੀ ਗੱਲ ਤੁਹਾਡੇ ਦਰਸ਼ਕਾਂ ਨੂੰ ਵੀ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਿੱਦਾਂ ਪੰਜਾਬ ਸਰਕਾਰ ਨੇ ਲੋਕਡਾਊਨ ਲਾਇਆ, ਆਪਾਂ ਲੋਕਡਾਊਨ ਦੇ ਜਿਹੜੇ ਕਾਨੂੰਨ ਨੇ ਉਹਨਾਂ ਦਾ ਪਾਲਣ ਕਰੀਏ। ਕਿਸੇ ਵੀ ਹਾਲਤ 'ਚ, ਜੇ ਲੋਕਡਾਊਨ ਜਦੋਂ ਖੁੱਲ੍ਹ ਵੀ ਹੈ ਉਦੋਂ ਵੀ ਆਪਾਂ ਉਹਨਾਂ ਘਰੋਂ ਨਿਕਲੀਏ ਜਿੰਨਾ ਆਪਾਂ ਨੂੰ ਸਰਦਾ ਨਹੀਂ, ਮਜਬੂਰੀ 'ਚ ਘਰੋਂ ਨਿਕਲੀਏ, ਜਿੱਥੇ ਆਪਾਂ ਕੋਈ ਵੀ ਕਿਸੇ ਇਕੱਠ ਕਰਨ ਦੀ ਕੋਸ਼ਿਸ਼ ਨਾ ਕਰੀਏ, ਸਰਕਾਰ ਨੂੰ ਸਹਿਯੋਗ ਕਰੀਏ। ਜਿਹੜਾ ਕੋਈ ਮਰੀਜ਼ ਦੀ ਜੇ ਕੋਈ ਵੀ ਮਰੀਜ਼ ਹੈ ਉਹਨੂੰ ਹੌਸਲਾ ਦਈਏ, ਜਿੰਨੀ ਮਰੀਜ਼ ਦੀ ਮਦਦ ਕਰ ਸਕਦੇ ਹਾਂ, ਉਹਦੇ ਪਰਿਵਾਰ ਦੀ ਮਦਦ ਕਰ ਸਕਦੇ ਹਾਂ, ਚਾਹੇ ਹੌਸਲੇ ਰੂਪੀ 'ਚ ਹੋਵੇ, ਚਾਹੇ ਕਿਸੇ ਹੋਰ ਰੂਪ 'ਚ ਹੋਵੇ, ਉਹ ਮਦਦ ਕਰੀਏ। ਆਪਸੀ ਦੂਰੀ ਬਣਾ ਕੇ ਰੱਖੀਏ। ਮੈਂ ਇਹਨਾਂ ਹੀ ਸ਼ਬਦਾਂ ਨਾਲ ਤੁਹਾਡਾ ਫੇਰ ਧੰਨਵਾਦ ਕਰਦਾ ਔਰ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪਰਮ ਪਿਤਾ ਪਰਮਾਤਮਾ ਸਾਨੂੰ ਇਸ ਬਿਮਾਰੀ ਤੋਂ, ਮਹਾਮਾਰੀ ਤੋਂ ਨਿਜਾਤ ਦਿਵਾਵੇ ਔਰ ਸਾਡੇ ਜਿਹੜੇ ਮਰੀਜ਼ ਵੀ ਦਾਖਲ ਪਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਸਿਹਤ ਜਾਬਤਾ ਕਰੇ। ਮੈਂ ਇੱਕ ਵਾਰੀ ਫੇਰ ਜਿਹੜਾ